Issues that matter to us. Experts who can expand our understanding. This is Left, Right and Center. ਕੈਨੇਡਾ ਅਮਰੀਕਾ ਅਤੇ ਯੂਐਸ ਦੇ ਦਰਮਿਆਨ ਚੱਲ ਰਿਹਾ ਨੈਫਟਾ ਸਮਝੌਤਾ ਹੁਣ ਨਵੇਂ ਰੂਪ ਵਿੱਚ ਸਾਹਮਣੇ ਆ ਚੁੱਕਿਆ ਹੈ। ਇਸ ਨੂੰ ਕੈਨੇਡਾ ਯੂਐਸ ਮੈਕਸੀਕੋ ਐਗਰੀਮੈਂਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਪਰ ਇਸ ਦੇ ਲਾਗੂ ਹੋਣ ਤੋਂ ਪਹਿਲਾਂ ਹੀ ਇਸ ਵਿੱਚ ਰੁਕਾਵਟਾਂ ਪੈਣੀਆਂ ਸ਼ੁਰੂ ਹੋ ਗਈਆਂ ਨੇ। ਮਾਊਂਟਰੀਅਲ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਆਫ ਸਪਲਾਈ ਚੇਨ ਮੈਨੇਜਮੈਂਟ ਡਾਕਟਰ ਰਾਜਵੀਰ ਭੱਟੀ ਨੇ ਇਸ ਮੁੱਦੇ ਉੱਤੇ ਸਾਡੇ ਨਾਲ ਗੱਲਬਾਤ ਕੀਤੀ। ਡਾਕਟਰ ਭੱਟੀ, ਸਾਨੂੰ ਦੱਸੋ ਕਿ ਜਿਹੜਾ ਕੈਨੇਡਾ ਯੂਐਸ ਮੈਕਸੀਕੋ ਐਗਰੀਮੈਂਟ 1 ਜੁਲਾਈ ਤੋਂ ਲਾਗੂ ਹੋ ਰਿਹਾ, ਉਹਦੇ ਵਿੱਚ ਕਿਸ ਤਰ੍ਹਾਂ ਦੀਆਂ ਰੁਕਾਵਟਾਂ ਪੈਂਦੀਆਂ ਜਾਪ ਰਹੀਆਂ ਨੇ ਜੀ? ਜਿਹੜਾ 1 ਜੁਲਾਈ ਤੋਂ ਰਿਸ਼ੀ ਜੀ ਕੈਨੇਡਾ USA ਮੈਕਸੀਕੋ ਦਾ ਨਵਾਂ ਨੈਫਟਾ ਦਾ ਫਾਰਮੈਟ ਹੈ ਉਸਨੇ ਲਾਗੂ ਹੋਣਾ ਹੈ। ਉਹਦੇ ਵਿੱਚ ਇਸ ਵੇਲੇ 15 ਜੂਨ ਤੋਂ ਬਾਅਦ ਜਿਹੜੀ ਕੈਨੇਡਾ ਨੇ ਆਪਣੇ ਨਵੇਂ ਟੈਰਿਫ ਰੈਗੂਲੇਸ਼ਨ ਕੋਟਾਸ TRQs ਜਿਹਨੂੰ ਕਹਿੰਦੇ ਆ ਉਹ ਇਸ਼ੂ ਕੀਤੇ। ਉਸ ਤੋਂ ਬਾਅਦ ਇਹ ਹੈ ਕਿ USA ਵੱਲੋਂ ਕੁਝ ਇਤਰਾਜ਼ ਜਤਾਏ ਗਏ ਨੇ। ਉਹ ਇਤਰਾਜ਼ ਇਸ ਤਰ੍ਹਾਂ ਦੇ ਨੇ ਕਿ ਕੈਨੇਡਾ ਨੇ ਪ੍ਰੋਟੈਕਸ਼ਨਿਜ਼ਮ ਦਾ ਮੁਜ਼ਾਹਰਾ ਕਰਦੇ ਹੋਏ ਆਪਣੀਆਂ ਕੰਪਨੀਆਂ ਨੂੰ, ਕੈਨੇਡੀਅਨ ਕੰਪਨੀਆਂ ਨੂੰ ਕੁਝ ਫਾਇਦਾ ਦੇਣ ਵਾਸਤੇ ਉਹ ਕੋਟੇ ਜਿਹੜੇ ਨੇ ਉਹ ਆਪਣੇ ਵਾਸਤੇ ਰਾਖਵੇਂ ਰੱਖ ਲਏ ਨੇ। ਸੋ ਦੈਟ ਇਜ਼ ਅਬਾਊਟ 85% ਦੇ ਕਰੀਬ ਕੈਨੇਡੀਅਨ ਟੈਰਿਫਸ ਹੈਗੇ ਨੇ। ਪਰ ਗੱਲ ਇਹ ਹੈ ਕਿ ਇਟ ਲੁਕਸ ਲਾਈਕ ਮੋਰ ਆਫ ਅ ਮਿਸਅੰਡਰਸਟੈਂਡਿੰਗ, ਕਿਉਂਕਿ ਕੈਨੇਡੀਅਨ ਕੰਪਨੀਆਂ ਜਿਹੜੀਆਂ ਨੇ ਉਹਨਾਂ ਨੇ ਆਲਰੇਡੀ 3.9% ਆਪਣੀ ਮਾਰਕੀਟ ਖੋਲੀ ਹੈ ਬਨਿਸਬਤ ਨੈਫਟਾ ਦੇ ਵੇਲੇ ਸਾਡੀ ਮਾਰਕੀਟ ਜਿਹੜੀ ਸੀ ਉਹ US ਡੇਅਰੀ ਕੰਪਨੀਆਂ ਵਾਸਤੇ ਬੜੀਆਂ ਘੱਟ ਖੁੱਲੀ ਸੀ, ਪਰ ਹੁਣ ਅਸੀਂ 3.9% 4% ਕਹਿ ਲਓ ਮਾਰਕੀਟ ਐਡੀਸ਼ਨਲ ਖੋਲ ਕੇ ਦਿੱਤੀ ਹੈ ਆਲਰੇਡੀ। The only question that seems to remain is ਕਿ ਉਹ ਹਾਈ ਵੈਲਿਊ ਪ੍ਰੋਡਕਟ ਨੂੰ ਐਕਸੈਸ ਮੰਗਦੇ ਨੇ। ਜਿਸ ਪ੍ਰੋਡਕਟ ਦੇ ਵਿੱਚ ਮੁਨਾਫਾ ਜ਼ਿਆਦਾ ਹੈ, ਜਿਸ 'ਚ ਰੈਵਨਿਊ ਜ਼ਿਆਦਾ ਹੈ, ਉਹ ਉਸ ਸੈਕਟਰ 'ਚ ਐਕਸੈਸ ਮੰਗਦੇ ਨੇ। ਪਰ ਕਿਉਂਕਿ ਉਹ ਜਿਹੜੀ ਗੱਲ ਕਲੀਅਰ ਨਹੀਂ ਸੀ ਲਿਖੀ ਗਈ, ਸੋ ਕੈਨੇਡਾ ਨੇ ਉਸ ਨੂੰ ਆਪਣੇ ਹਿਸਾਬ ਨਾਲ ਇੰਟਰਪ੍ਰੇਟ ਕਰਕੇ ਜਿਹੜਾ ਹਾਈ ਵੈਲਿਊ ਪ੍ਰੋਡਕਟ ਹੈ ਉਹ ਆਪਣੀ ਕੰਪਨੀਆਂ ਲਈ ਰੱਖਿਆ, ਸਪੂਟੋ ਹੈ ਜਾਂ ਹੋਰ ਕੰਪਨੀਆਂ ਨੇ, ਤੇ ਜਿਹੜਾ ਆਫ ਕੋਰਸ ਲੋ ਵੈਲਿਊ ਹੈ ਹੁਣ ਉਹ ਕਹਿ ਰਹੇ ਵੀ ਸਾਨੂੰ ਲੋ ਵੈਲਿਊ ਪ੍ਰੋਡਕਟ ਦਿੱਤਾ ਗਿਆ। ਸੋ ਇੱਥੋਂ ਗੱਲ ਸ਼ੁਰੂ ਹੋਈ ਹੈ। ਪਰ ਹੁਣ ਇਹ ਐਲੂਮੀਨੀਅਮ ਦੇ ਝਗੜੇ 'ਚ ਵੀ ਗਈ ਹੈ। ਉਹਨਾਂ ਨੇ ਇਹ ਐਲੀਗੇਸ਼ਨ ਲਗਾਇਆ ਹੈ, ਰੋਬਰਟ ਲਾਈਟਹਾਊਜ਼ਰ ਸਾਹਿਬ ਜਿਹੜੇ ਉਹਨਾਂ ਦੇ ਟ੍ਰੇਡ ਰਿਪਰੈਜ਼ੈਂਟੇਟਿਵ ਨੇ, ਕਿ ਕੈਨੇਡੀਅਨ ਕੰਪਨੀਆਂ ਨੇ ਜ਼ਿਆਦਾ ਐਲੂਮੀਨੀਅਮ ਡੰਪ ਕੀਤਾ ਹੈ ਅਮਰੀਕਾ ਦੇ ਵਿੱਚ ਜਿੰਨਾ ਕਿ ਕੋਟਾ ਅਲਾਉਡ ਸੀਗਾ। ਇਸ 'ਚ ਵੀ ਦੋ ਰਾਏ ਹੈ, ਇਸ 'ਚ ਵੀ ਇੱਕ ਮਿਸ ਇੰਟਰਪ੍ਰੀਟੇਸ਼ਨ ਹੈ। ਮਿਸ ਅੰਡਰਸਟੈਂਡਿੰਗ ਇਹ ਹੈ ਕਿ COVID-19 ਕਰਕੇ ਜਿਹੜੀਆਂ ਆਟੋਮੋਟਿਵ ਮੈਨੂਫੈਕਚਰਰ ਸੀਗੇ ਦੋਨੋਂ ਸਾਈਡਸ ਆਫ ਦ ਬਾਰਡਰ, ਉਹਨਾਂ ਦੇ ਕੰਜ਼ੰਪਸ਼ਨ ਪੈਟਰਨ ਚੇਂਜ ਹੋ ਗਏ। ਜਿੱਥੇ ਜਿਹੜੇ ਮਹੀਨੇ 'ਚ ਮੰਨ ਲਓ 500 ਕਾਰ ਮਿਸਾਲ ਦੇ ਤੌਰ ਤੇ ਵਿਕਦੀ ਸੀ, ਹੁਣ 200 ਵਿਕ ਰਹੀ ਹੈ ਜੀ। ਸੋ ਜੇ ਡਿਮਾਂਡ ਵੱਧ ਘੱਟ ਹੋਏਗੀ ਤੇ ਐਲੂਮੀਨੀਅਮ ਜਿਹੜਾ ਮੇਜਰ ਕੰਪੋਨੈਂਟ ਹੈ ਇਹਨਾਂ ਕਾਰਾਂ 'ਚ, ਮਲਟੀਪਲ ਗ੍ਰੇਡਸ ਆਫ ਐਲੂਮੀਨੀਅਮ, ਉਹਦੀ ਡਿਮਾਂਡ ਚੇਂਜ ਹੋਏਗੀ। ਸੋ ਐਲੂਮੀਨੀਅਮ ਦੀ ਹਾਈਲੀ ਫਿਨਿਸ਼ਡ ਪ੍ਰੋਡਕਟ ਯੂਜ਼ ਕਰਨ ਦੀ ਬਜਾਏ ਸੈਮੀ ਫਿਨਿਸ਼ਡ ਐਲੂਮੀਨੀਅਮ ਜਾਣਾ ਸ਼ੁਰੂ ਹੋ ਗਿਆ। ਹੁਣ ਉਹਦੀ ਡਾਲਰ ਵੈਲਿਊ ਹੋਰ ਹੈ ਜੀ। ਜਿਹੜੀ ਫਿਨਿਸ਼ਡ ਹਾਈ ਗ੍ਰੇਡ ਐਲੂਮੀਨੀਅਮ ਹੈ ਉਹਦੀ ਡਾਲਰ ਵੈਲਿਊ ਹੋਰ ਹੈ। ਸੋ ਜਿਹੜੀ ਡਾਲਰ ਵੈਲਿਊ ਫਿਕਸਡ ਸੀਗੀ ਉਹ ਡਾਲਰ ਵੈਲਿਊ ਐਕਸੀਡ ਹੋਈ ਹੈ, ਕੁਆਂਟੀਟੀ ਨਹੀਂ ਐਕਸੀਡ ਹੋਈ। ਬਜਾਏ ਤੁਸੀਂ ਮੇਰੇ ਤੋਂ ਮਹਿੰਗਾ ਸਮਾਨ ਲੈਣ ਦੇ, ਹੁਣ ਮੇਰੇ ਤੋਂ ਤੁਸੀਂ ਮਹਿੰਗਾ ਨਹੀਂ ਲੈ ਰਹੇ, ਤੁਸੀਂ ਮੰਗ ਰਹੇ ਹੋ ਕਿ ਵੀ ਲੋ ਗ੍ਰੇਡ ਐਲੂਮੀਨੀਅਮ ਦਿਓ, ਤੇ ਅਸੀਂ ਤੁਹਾਨੂੰ ਉਹ ਦੇ ਰਹੇ। ਬਟ ਵੀ ਆਰ ਸਟਿਲ, ਜਿਹੜੀ ਕੈਨੇਡੀਅਨ ਪੋਜੀਸ਼ਨ ਹੈ ਕਿ ਅਸੀਂ ਸਟਿਲ ਵਿਦਿਨ ਟੈਰਿਫ ਲਿਮਿਟਸ ਆ, ਵੀ ਹੈਵਨਟ ਕ੍ਰਾਸਡ ਦੋਸ ਲਿਮਿਟਸ। ਓਕੇ, ਸੋ ਟੈਰਿਫ ਦੋਨੋਂ ਪਾਸੇ ਉਹ ਲਗਾਉਣ ਦਾ ਜਿਹੜੀ ਥ੍ਰੈਟ ਦੇ ਰਹੇ ਨੇ, this might cause some more concern on both sides ਜੀ। But we will see how things go. ਤੇ ਇੱਕ ਹੋਰ ਜਿਹੜਾ ਕੰਸਰਨ ਆ ਰਿਹਾ ਹੈ ਕਿ ਗੱਲਬਾਤ ਬਹੁਤੀ ਸਾਊਥ ਵੱਲੋਂ ਜਾ ਰਹੀ ਹੈ, ਉਹਦਾ ਕੀ ਮਤਲਬ ਹੈ ਜੀ? ਸਾਊਥ ਵੱਲ ਰਿਸ਼ੀ ਜੀ ਕਿ ਇੱਕ ਗੱਲ ਕਰਨ ਦਾ ਇੱਕ ਮੁਹਾਵਰਾ ਕਹਿ ਸਕਦੇ ਹੋ, ਗੱਲ ਕਰਨ ਦਾ ਤਰੀਕਾ ਹੈ ਕਿ ਅੰਗਰੇਜ਼ੀ ਜ਼ੁਬਾਨ 'ਚ ਅਸੀਂ ਜਿਸ ਵੇਲੇ ਕੋਈ ਗੱਲ ਖਰਾਬ ਹੋਣ ਲੱਗੇ ਉਹਨੂੰ ਕਹਿੰਦੇ ਕਿ the talks are going south ਜੀ। ਸੋ ਇਹ ਇੱਕ ਇਤਿਹਾਸਕ ਅੰਗਰੇਜ਼ੀ ਦਾ ਇੱਕ ਕਹਾਵਤ ਹੈ, ਮੁਹਾਵਰਾ ਕਹਿ ਲਓ ਕਿ ਵੀ ਕਿਉਂਕਿ ਸਾਊਥ ਦਾ ਮੌਸਮ ਨਾਰਥ ਨਾਲੋਂ ਅਮਰੀਕਾ ਦੇ ਵਿੱਚ ਬਹੁਤਾ ਅੱਛਾ ਨਹੀਂ ਸੀ ਸਮਝਿਆ ਜਾਂਦਾ, ਤੇ ਉਹ ਫਿਰ ਕੈਲੀਫੋਰਨੀਆ ਵਗੈਰਾ ਵੈਦਰ ਇਜ਼ ਵੈਰੀ ਗੁੱਡ। ਜਦੋਂ ਸਾਊਥ ਨੂੰ ਜਾਈ ਜਾਂਦੇ ਤਾਂ ਵੈਦਰ ਥੋੜਾ ਜਿਹਾ ਅਨਪ੍ਰੈਡਿਕਟੇਬਲ ਹੋ ਜਾਂਦਾ। ਤਾਂ ਫਿਰ ਇੱਕ ਆਮ ਬੋਲਚਾਲ ਦੀ ਭਾਸ਼ਾ 'ਚ ਇਹ ਇੱਕ ਗੱਲ ਬਣ ਗਈ ਕਿ ਜਦੋਂ ਕੋਈ ਵੀ ਗੱਲਬਾਤ ਖਰਾਬ ਹੋਣ ਲੱਗੇ ਤਾਂ ਅਸੀਂ ਕਹਿ ਦਈਦਾ ਕਿ ਥਿੰਗਸ ਆਰ ਗੋਇੰਗ ਸਾਊਥ। ਸੋ ਮੈਕਸੀਕੋ ਵਾਲੇ ਦਾ ਇਸ਼ਾਰਾ ਨਹੀਂ ਹੈ? ਨਹੀਂ, ਇੱਕ ਜਸਟ ਬੋਲਚਾਲ ਦਾ ਤਰੀਕਾ ਹੈ ਕਿ ਵੀ ਗੱਲ ਖਰਾਬ ਹੋਣ ਲੱਗੀ ਹੈ ਜੀ।
ਸੋ ਡੇ ਟੂ ਡੇ ਲਾਈਫ 'ਚ ਵੀ ਜੇ ਕੋਈ ਗੱਲ ਕਿਸੇ ਦੀ ਖਰਾਬ ਹੋਣ ਲੱਗੇ ਤਾਂ ਅਗਲਾ ਕਹਿ ਸਕਦਾ ਕਿ ਵੀ ਮਾਈ ਰਿਲੇਸ਼ਨਸ ਵਿਦ ਮਾਈ ਨੇਬਰ ਆਰ ਗੋਇੰਗ ਸਮਥਿੰਗ ਲਾਈਕ ਦੈਟ। ਪੋਸਟ ਕੋਵਿਡ-19 ਪ੍ਰੈਜ਼ੀਡੈਂਟ ਟਰੰਪ ਦੀ ਹਾਲਤ ਬਹੁਤ ਵਧੀਆ ਨਹੀਂ ਆ ਪੋਲੀਟੀਕਲੀ, ਤੇ ਉੱਥੇ ਇਲੈਕਸ਼ਨ ਵੀ ਆ ਰਹੇ ਨੇ। ਉਸ ਨੂੰ ਬੈਕਗ੍ਰਾਉਂਡ ਵਿੱਚ ਰੱਖਦਿਆਂ ਹੋਇਆ ਤੁਸੀਂ ਇਸ ਜਿਹੜੀ ਰਿਫਟ ਪੈਦਾ ਹੋਈ ਆ ਉਹਨੂੰ ਕਿਵੇਂ ਐਨਾਲਾਈਜ਼ ਕਰਦੇ ਹੋ? This is a very good question, Rishi ji. ਇਹ trade ਔਰ politics ਜਿਹੜੀ ਹੁੰਦੇ ਨਾ ਰਿਲੇਸ਼ਨਸ, ਇਹ ਬੜੇ closely intertwined ਹੁੰਦੇ ਨੇ, ਔਰ ਇਹਨੂੰ ਇਸ ਤਰ੍ਹਾਂ ਵੀ ਦੇਖਣਾ ਚਾਹੀਦਾ ਹੈ ਕਿ ਕਰੰਟ ਸਿਨੈਰੀਓ ਬੈਕਗਰਾਉਂਡ ਪੋਲੀਟੀਕਲ ਕੀ ਹੈ। ਕੋਵਿਡ-19 ਕਰਕੇ ਅਸੀਂ ਸਾਰੇ ਜਾਣਦੇ ਹਾਂ ਕਿ ਵੀ 1,30,000 ਦੇ ਕਰੀਬ ਇਸ ਵੇਲੇ ਵੈਰੀ ਪ੍ਰੈਸ਼ੀਅਸ ਹਿਊਮਨ ਲਾਈਵਸ ਅਕ੍ਰੋਸ ਦੀ ਸਦਰਨ ਬਾਰਡਰ ਜਿਹੜੀਆਂ ਨੇ ਦੇ ਹੈਵ ਬੀਨ ਲੋਸਟ। ਉਹ ਸੱਜਣ ਜਿਹੜੇ ਨੇ ਉਹ ਦੁਨੀਆ 'ਚ ਨਹੀਂ ਰਹੇ। ਇਹਦੇ ਨਾਲ ਕੀ ਹੋਇਆ ਕਿ ਦੁਨੀਆ ਦੇ ਵਿੱਚ, ਅਮਰੀਕਾ ਦੇ ਵਿੱਚ ਖਾਸ ਕਰਕੇ, ਇੱਕ ਅੰਡਰਲਾਈਂਗ ਸੈਂਸ ਆਫ ਰਿਜ਼ੈਂਟਮੈਂਟ ਹੈ ਪਾਪੂਲੇਸ਼ਨ 'ਚ ਟੂਵਰਡਸ ਦੀ ਟਰੰਪ ਵਾਈਟ ਹਾਊਸ। ਚਾਹੇ ਕੋਈ ਮੰਨਦਾ ਹੈ ਜਾਂ ਨਹੀਂ ਮੰਨਦਾ, ਕਹਿੰਦਾ ਜਾਂ ਨਹੀਂ ਮੰਨਦਾ, ਪਰ ਕਿਤੇ ਨਾ ਕਿਤੇ ਇਹ ਸੈਂਸ ਜ਼ਰੂਰ ਹੈ ਕਿ ਦੇ ਹੈਵ ਨਾਟ ਹੈਂਡਲਡ ਇਟ ਦ ਵੇ ਦੇ ਕੁਡ ਹੈਵ। ਸੋ ਦੈਟ ਮੀਨਸ ਕਿ ਟਰੰਪ ਵਾਈਟ ਹਾਊਸ ਦੀ ਪੋਜੀਸ਼ਨ ਇਸ ਵੇਲੇ ਉਹ ਨਹੀਂ ਹੈ ਜੋ ਸਨ 2018-19 'ਚ ਸੀਗੀ। ਦੇ ਵਰ ਵੈਰੀ ਸਟਰੋਂਗ ਮੈਂਡੇਟ ਸੀਗਾ ਉਹਨਾਂ ਕੋਲ, ਔਰ ਰਿਪਬਲਿਕਨ ਪਾਰਟੀ ਦਾ ਜਿਹੜਾ GOP ਸੀਗਾ ਉਹ ਵੀ ਉਹਨਾਂ ਨੂੰ ਡਿਸਪਲੀਜ਼ ਨਹੀਂ ਸੀ ਯੂਜੂਅਲੀ ਕਰਦਾ ਹੁੰਦਾ। ਐਗਰੀ ਕਰਨ ਜਾਂ ਨਾ ਕਰਨ, ਦੇ ਵੁੱਡ ਯੂਜੂਅਲੀ ਐਗਰੀ ਵਿਦ ਦ ਟਰੰਪ ਵਾਈਟ ਹਾਊਸ। That is no longer true. So COVID-19 ਕਰਕੇ ਜਿਹੜੀ ਟਰੰਪ ਵਾਈਟ ਹਾਊਸ ਦੀ ਪੋਜੀਸ਼ਨ ਹੈ on the negotiating table ਕਾਫੀ ਕਮਜ਼ੋਰ ਹੈ ਜੀ। They would not want to invite more trouble. Having said that, ਇਹ ਇਸ ਵੇਲੇ ਉਹਨਾਂ ਵਾਸਤੇ ਇੱਕ ਵੈਪਨ ਵੀ ਬਣ ਸਕਦਾ ਹੈ, ਕਿਉਂਕਿ when you are going into an election, so you want to take bold action. You want to speak bold language ਜਿਹੜੀ ਤੁਹਾਡੇ ਵੋਟਰ ਨੂੰ ਤੁਹਾਡੇ ਪ੍ਰਤੀ ਆਕਰਸ਼ਿਤ ਕਰਦੀ ਹੈ ਕਿ ਵੀ ਇਹ ਮੇਰਾ ਪ੍ਰੈਜ਼ੀਡੈਂਟ ਜਿਹੜਾ ਹੈ ਮੇਰੇ ਵਾਸਤੇ ਬੜਾ ਡੈਡੀਕੇਟਡ ਹੈ, ਔਰ ਮੇਰੇ US ਇੰਟਰਸਟ ਬਚਾਉਣ ਪਿੱਛੇ ਉਹਨਾਂ ਨੇ ਦੇਖੋ ਕੈਨੇਡਾ ਦੇ ਉੱਤੇ ਕਿੰਨਾ ਵੱਡਾ ਐਕਸ਼ਨ ਲੈ ਲਿਆ। ਸੋ ਇਹ ਵੀ ਹੋ ਸਕਦਾ ਕਿ ਪੋਸਚਰਿੰਗ ਕਰਦੇ ਇਲੈਕਸ਼ਨ ਕਰਕੇ they might actually announce some tariffs. So that is very real a possibility now. ਜੀ, because already cornered ਨੇ ਖੁਦ। Sorry, go ahead. ਜੀ, ਤੇ ਟੂ ਸਮ ਅਪ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਨ ਦਾ ਕਮਿੰਗ ਡੇਜ਼ ਸਾਡੇ ਇਸ ਅਜੇ ਤਾਂ 1 ਜੁਲਾਈ ਨੂੰ ਤਾਂ ਸ਼ੁਰੂ ਹੋਣਾ ਤੇ ਉਸ ਤੋਂ ਪਹਿਲਾਂ ਹੀ ਰੁਕਾਵਟਾਂ ਪੈਣਾ ਪਈਆਂ, ਕਿਸ ਤਰ੍ਹਾਂ ਰਹੇਗਾ ਸਾਡਾ ਆਉਣ ਵਾਲਾ ਸਮਾਂ? ਆਉਣ ਵਾਲਾ ਸਮਾਂ ਇਟਸ ਗੋਇੰਗ ਟੂ ਬੀ ਅ ਲਿਟਲ ਮਸ਼ੀ, ਹੇਜ਼ੀ, ਅਨਸਰਟਨ। ਡੈਫੀਨੇਟਲੀ ਅਸੀਂ ਇਹ ਗੱਲ ਜਾਣ ਚੁੱਕੇ ਹਾਂ ਕਿ ਆਟਵਾ ਇਸ ਗੱਲ ਨੂੰ ਬਨਿਸਬਤ ਬਹੁਤ ਵਧੀਆ ਜਾਣਦਾ ਹੈ ਕਿ ਟਰੰਪ ਵਾਈਟ ਹਾਊਸ ਨਾਲ ਡੀਲ ਕਰਨਾ ਕਾਫੀ ਇੱਕ ਅਨਸਰਟਨ ਸਿਚੁਏਸ਼ਨ ਹੈ। ਡੇ 1 ਤੋਂ ਅਸੀਂ ਇਹਨਾਂ ਨਾਲ ਇੱਕ ਅਨਸਰਟਨ ਸਿਚੁਏਸ਼ਨ 'ਚ ਡੀਲ ਕਰ ਰਹੇ ਜੀ। ਤੇ ਆਉਣ ਵਾਲੇ ਸਮੇਂ 'ਚ ਜਿਹੜੀਆਂ ਉਹਨਾਂ ਦੀਆਂ ਖੁਦ ਦੀਆਂ ਲੋਕਲ ਕੰਪਲਿਕੇਸ਼ਨਸ ਨੇ ਉਸ ਨੂੰ ਕਿਉਂਕਿ ਉਹਨਾਂ ਨੇ ਕੇਟਰ ਕਰਨਾ ਹੈ, ਉਹ ਜਿਹੜੀ ਰੈਟਰਿਕ ਹੈ, ਉਹ ਜਿਹੜੀ ਬੋਲਚਾਲ ਦੀ ਭਾਸ਼ਾ ਉਹਨਾਂ ਨੇ ਆਪਣੇ ਆਰਮ ਟਵਿਸਟਿੰਗ ਦਿਖਾਣੀ ਹੈ ਆਪਣੇ ਵੋਟਰ ਨੂੰ, ਉਹਦੇ ਕਰਕੇ ਇਟ ਮਾਈਟ ਸਪਿਨ ਥਿੰਗਸ ਔਨ ਦੀ ਰੋਂਗ ਸਾਈਡ ਫॉर ਕੈਨੇਡਾ। ਔਰ ਜੇ ਇਹ ਐਸਾ ਕੋਈ ਨਾ ਕੋਈ ਟੈਰਿਫ ਇੰਟਰੋਡਿਊਸ ਕਰਦੇ ਨੇ ਤੇ ਇਟ ਵਿਲ ਹੈਵ ਸਮ ਇੰਪੈਕਟ ਔਨ ਅਸ। ਵਿਲ ਇਟ ਹੈਵ ਅ ਮੇਜਰ ਇੰਪੈਕਟ? ਆਈ ਡੋਂਟ ਫੋਰਸੀ ਇਨ ਦੈਟ, ਬਟ ਇਟ ਵਿਲ ਹੈਵ। ਕੋਈ ਵੀ ਸੈਂਕਸ਼ਨਸ ਟੈਰਿਫਸ ਕਿਸੇ ਵੇਲੇ ਲੱਗਦੇ ਨੇ ਤੇ ਨੁਕਸਾਨ ਤੇ ਫਿਰ ਦੋਨੋਂ ਪਾਸੇ ਹੁੰਦਾ ਜੀ। ਕੈਨੇਡੀਅਨ ਸਪਲਾਇਰਸ ਤੇ ਵੀ ਹੋਏਗਾ, ਐਲੂਮੀਨੀਅਮ ਮੈਨੂਫੈਕਚਰਰਸ ਤੇ ਵੀ ਹੋਏਗਾ, ਲੰਬਰ ਤੇ ਵੀ ਹੋ ਸਕਦਾ ਤੇ ਡੇਰੀ ਤੇ ਵੀ ਹੋ ਸਕਦਾ। ਡੇਰੀ ਨੇ ਤਾਂ ਆਲਰੇਡੀ 4% ਗਰਾਊਂਡ ਆਪਣੀ ਇਹਨਾਂ ਨੂੰ ਦੇ ਦਿੱਤੀ ਹੈ ਕਿਸਮ ਦਾ, ਹੁਣ ਸਾਨੂੰ ਹੋ ਸਕਦਾ ਹੋਰ ਦੇਣੀ ਪੈ ਸਕਦੀ ਹੈ। ਸੋ ਵੀ ਮਾਈਟ ਬੀ ਲੁਕਿੰਗ ਐਟ ਅ ਨਿਊਅਰ ਸੈਟ ਆਫ ਥਿੰਗਸ। ਕਸਮਾ ਜਿਹੜਾ ਹੈਗਾ, ਇਹ ਜਿਹੜਾ ਨਿਊ ਨੈਫਟਾ ਇਹ ਬੜਾ ਇਲ ਡਿਫਾਈਨਡ ਅਜੇ ਵੀ। ਅੱਜ ਸਵੇਰੇ ਵੀ ਟ੍ਰੇਡ ਕਮਿਸ਼ਨਰ ਦੀ ਵੈਬਸਾਈਟ ਤੇ ਨਵੇਂ ਕਲੈਰੀਫਿਕੇਸ਼ਨਸ ਮੰਗੇ ਗਏ ਕੈਨੇਡੀਅਨ ਆਟੋਮੋਟਿਵਸ ਤੋਂ ਔਰ ਉਹ ਦਿੱਤੇ ਗਏ। ਇਹਦਾ ਮਤਲਬ ਅੱਜ 29 ਤਰੀਕ ਹੋਈ ਬੈਠੀ ਹੈ, 1 ਤਰੀਕ ਨੂੰ ਲਾਗੂ ਹੋਣਾ ਹੈ ਤੇ ਆਟੋਮੋਟਿਵ ਸੈਕਟਰ ਸਾਡਾ ਅਜੇ ਵੀ ਕੁਐਸਚਨਸ ਪੁੱਛ ਰਿਹਾ ਹੈ। ਸੋ ਇਟ ਇਜ਼ ਨਾਟ ਵੈਰੀ ਕਲੀਅਰ ਜੀ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ। ਬਹੁਤ ਥੋੜੇ ਸਮੇਂ ਵਿੱਚ ਬਹੁਤ ਜ਼ਿਆਦਾ ਜਾਣਕਾਰੀ ਅਸੀਂ ਕੋਸ਼ਿਸ਼ ਕੀਤੀ ਹੈ ਤੁਹਾਡੇ ਕੋਲੋਂ ਲੈਣ ਦੀ। ਥੈਂਕ ਯੂ ਵੈਰੀ ਮਚ ਫॉर ਜੁਆਇਨਿੰਗ ਅਸ। ਥੈਂਕ ਯੂ ਰਿਸ਼ੀ ਜੀ। ਯੂ ਹੈਵ ਅ ਗੁੱਡ ਡੇ। ਟੇਕ ਕੇਅਰ। ਸੋ ਹੁਣ ਇਸ ਗੱਲਬਾਤ ਤੋਂ ਬਾਅਦ ਇਹ ਲੱਗਣ ਲੱਗਿਆ ਹੈ ਕਿ ਇਸ ਸਮਝੌਤੇ ਵਿੱਚ ਰੁਕਾਵਟਾਂ ਪੈ ਰਹੀਆਂ ਨੇ, ਪੈ ਸਕਦੀਆਂ ਨੇ, ਪਰ ਇਹ ਸਮਝੌਤਾ ਕਿਸੇ ਵੱਡੀ ਰੁਕਾਵਟ ਦਾ ਕਾਰਨ ਬਣੇਗਾ ਇਹ ਨਹੀਂ ਜਾਪਦਾ ਹੈ ਤੇ ਇਹ ਸਮਝੌਤਾ ਸਿਰੇ ਚੜ੍ਹ ਜਾਏਗਾ ਤੇ ਕੈਨੇਡਾ ਨੂੰ ਇਸ ਦਾ ਲਾਭ ਮਿਲੇਗਾ, ਇਸ ਦੀ ਆਸ ਕੀਤੀ ਜਾ ਸਕਦੀ ਹੈ। ਰੈਡ FM ਲਈ ਮੈਂ ਰਿਸ਼ੀ ਨਾਗਰ। Red FM